ਹੈਲੋ, ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਅਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਇਹ ਵੀਡੀਓ +2 ਪੋਲੀਟੀਕਲ ਸਾਇੰਸ ਲਈ ਹੈ। ਤੁਹਾਨੂੰ ਪਤਾ ਨਵਾਂ +2 ਪੋਲੀਟੀਕਲ ਸਾਇੰਸ ਲਈ ਸਾਰੇ ਪੇਪਰ ਰਿਡਕਸ਼ਨ ਹੋਏ ਨੇ ਅਤੇ ਨਵਾਂ ਪੈਟਰਨ ਜਿਹੜਾ ਸਾਹਮਣੇ ਆਇਆ, ਜਿਹੜਾ ਮਾਰਚ 2021 ਦੇ ਐਗਜ਼ਾਮ ਵਾਸਤੇ ਕੰਮ ਆਏਗਾ। ਸੋ ਉਸ ਪੈਟਰਨ ਅਨੁਸਾਰ ਅਲੱਗ-ਅਲੱਗ ਜਿਹੜੇ ਨੇ ਮਾਡਲ ਟੈਸਟ ਪੇਪਰ ਤਿਆਰ ਕੀਤੇ ਜਾ ਰਹੇ ਨੇ ਤਾਂ ਕਿ ਤੁਹਾਡੀ ਸਹੂਲਤ ਲਵੇ, ਤੁਸੀਂ ਉਹਨਾਂ ਤੋਂ ਅੰਦਾਜ਼ਾ ਲਾ ਸਕੋ ਕਿ ਕਿਵੇਂ ਪੇਪਰ ਹੋਏਗਾ। ਇਹ ਮਾਡਲ ਟੈਸਟ ਪੇਪਰ ਅੱਜ ਫਿਰ ਕੰਪਲੀਟ ਮਾਡਲ ਟੈਸਟ ਪੇਪਰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ। ਇਹਨੂੰ ਤਿਆਰ ਕੀਤਾ ਆ ਮਿਸਟਰ ਜਸਵੀਰ ਸਿੰਘ ਜੀ ਲੈਕਚਰਰ ਨੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਗੋਵਾਲ ਗੁਰਦਾਸਪੁਰ 'ਚ, ਅਤੇ ਉਹਨਾਂ ਤਿਆਰ ਕੀਤਾ। ਅਤੇ ਇਸ ਕਰਕੇ ਡਿਫਰੈਂਟ ਪੇਪਰ ਹੈ, ਕਿਉਂਕਿ ਤੁਹਾਡੀ ਤਿਆਰੀ ਵਾਸਤੇ ਡਿਫਰੈਂਟ ਜਿਹੜੇ ਪੇਪਰ ਤਿਆਰ ਹੋਣੇ ਚਾਹੀਦੇ ਨੇ। ਸੋ ਆਓ ਆਪਾਂ ਇਹਨੂੰ ਸਾਲਵ ਕਰਕੇ ਦੇਖੀਏ। ਤੁਹਾਡੇ ਲਈ ਇਹ ਗੈਸਟ ਪੇਪਰ ਵੀ ਹੈ ਅਤੇ ਇੰਪਾਰਟੈਂਟ ਕੁਐਸਚਨ ਦਾ ਭੰਡਾਰ ਵੀ ਹੈ। ਤੁਸੀਂ ਜ਼ਰੂਰ ਇਹ ਤਿਆਰੀ ਕਰਨੀ। ਤੁਹਾਨੂੰ ਦਸੰਬਰ ਟੈਸਟ ਵਿੱਚ ਵੀ ਅਤੇ ਫਾਈਨਲ ਐਗਜ਼ਾਮ ਵਿੱਚ ਵੀ ਇਹ ਪੇਪਰ ਹੈ ਜਿਹੜਾ ਹੈਲਪ ਕਰੇਗਾ। ਕਾਫੀ ਕੁਐਸਚਨ ਆਉਣਗੇ, ਇੰਪਾਰਟੈਂਟ ਕੁਐਸਚਨ ਨੇ ਇਹਦੇ ਵਿੱਚ। ਸੋ ਆਓ ਆਪਾਂ ਸਾਲਵ ਕਰਨ ਦੀ ਕੋਸ਼ਿਸ਼ ਕਰੀਏ। ਸੋ +2 ਪੋਲੀਟੀਕਲ ਸਾਇੰਸ ਦਾ ਮਾਡਲ ਟੈਸਟ ਪੇਪਰ ਆਓ ਸਾਲਵ ਕਰੀਏ। ਪਹਿਲਾ ਕੁਐਸਚਨ ਹੈਗਾ, ਪਹਿਲੇ ਕੁਐਸਚਨ ਦੇ 30 ਭਾਗ ਨੇ, ਤੁਹਾਨੂੰ ਪਤਾ ਮਲਟੀਪਲ ਚੋਇਸ ਕੁਐਸਚਨ ਵੀ ਹੈ 20 ਪਹਿਲੇ, ਠੀਕ ਹੈ। ਸੋ ਆਓ ਆਪਾਂ ਸਾਲਵ ਕਰੀਏ। ਸੋ ਕੁਐਸਚਨ ਨੰਬਰ 1 ਹੈਗਾ, ਸ਼ਾਸਨ ਦੀ ਪ੍ਰਕਿਰਿਆ। ਪੁਸਤਕ ਦਾ ਲੇਖਕ ਕੌਣ ਹੈ? ਸ਼ਾਸਨ ਦੀ ਪ੍ਰਕਿਰਿਆ ਪੁਸਤਕ ਦਾ ਲੇਖਕ ਰਾਬਰਟ ਡਾਹਲ ਨਹੀਂ ਹੈ, ਡੇਵਿਡ ਈਸਟਨ ਨਹੀਂ ਹੈ, ਬਲੰਸ਼ਲੀ ਨਹੀਂ ਹੈ, ਆਰਥਰ ਬੈਂਟਲੇ ਇਹਦਾ ਰਾਈਟਰ ਹੈਗਾ। ਦੂਜਾ ਕੁਐਸਚਨ, ਭਾਰਤ ਵਿੱਚ ਸੰਸਦੀ ਸਰਕਾਰ ਲਈ ਖਤਰਾ ਹੈ। ਕੀ ਖਤਰਾ ਹੈ? ਰਾਜਨੀਤਿਕ ਦਲ ਬਦਲੀ, ਸਵਸਥ ਲੋਕਮਤ, ਸਮੂਹਿਕ ਜ਼ਿੰਮੇਵਾਰੀ, ਸੰਸਦੀ ਸਰਵਉੱਚਤਾ। ਸੋ ਇਹਦਾ ਸਹੀ ਉੱਤਰ ਹੈਗਾ ਰਾਜਨੀਤਿਕ ਦਲ ਬਦਲੀ। ਤੀਜਾ ਪ੍ਰਸ਼ਨ, ਭਾਰਤ ਵਿੱਚ ਚੋਣ ਲੜਨ ਲਈ ਘੱਟ ਤੋਂ ਘੱਟ ਕਿੰਨੀ ਉਮਰ ਨਿਸ਼ਚਿਤ ਹੈ? ਭਾਰਤ ਵਿੱਚ ਚੋਣ ਲੜਨ ਲਈ ਘੱਟੋ ਘੱਟ ਜਿਹੜੀ ਘੱਟ ਤੋਂ ਘੱਟ ਉਮਰ ਨਿਸ਼ਚਿਤ ਆ ਉਹ 21 ਸਾਲ ਹੈ, ਕਿਉਂਕਿ ਘੱਟ ਤੋਂ ਘੱਟ ਉਮਰ ਜਿਹੜੀ ਹੈ ਪਿੰਡ ਦਾ ਪੰਚ ਯਾਨੀ ਕਿ ਮੈਂਬਰ ਜਾਂ ਸਰਪੰਚ ਬਣਨ ਦੀ ਉਮਰ ਹੁੰਦੀ ਹੈ, ਉਹ 21 ਸਾਲ ਹੈ। ਸੋ ਇਸ ਕਰਕੇ ਘੱਟ ਤੋਂ ਘੱਟ ਉਮਰ ਜਿਹੜੀ ਹੈ ਉਹ 21 ਸਾਲ ਹੈ। ਵੈਸੇ ਇਸ ਪ੍ਰਸ਼ਨ ਦਾ ਉੱਤਰ ਜਿਹੜਾ ਉਹ 21 ਸਾਲ ਹੀ ਸਹੀ ਹੈ, ਪਰ ਤੁਸੀਂ ਇਹ ਵੀ ਨੋਟ ਕਰੋ 25 ਸਾਲ ਉਮਰ ਹੁੰਦੀ ਹੈ ਲੋਕ ਸਭਾ ਦਾ MP ਬਣਨ ਵਾਸਤੇ, 30 ਸਾਲ ਉਮਰ ਹੁੰਦੀ ਹੈ ਰਾਜ ਸਭਾ ਦਾ MP ਬਣਨ ਵਾਸਤੇ, ਅਤੇ 35 ਸਾਲ ਉਮਰ ਹੁੰਦੀ ਹੈ ਭਾਰਤ ਦਾ ਰਾਸ਼ਟਰਪਤੀ ਬਣਨ ਵਾਸਤੇ। ਇਹ ਵੀ ਤੁਹਾਨੂੰ ਜ਼ਰੂਰ ਨੋਟ ਕਰ ਲੈਣੇ ਚਾਹੀਦੇ ਨੇ। ਇੱਕੋ ਪ੍ਰਸ਼ਨ ਵਿੱਚ ਇਹ ਸਾਰੀਆਂ ਜਾਣਕਾਰੀਆਂ ਸੀ, ਬਹੁਤ ਵਧੀਆ ਗੱਲ ਹੈ। ਨੈਕਸਟ ਕੁਐਸਚਨ ਹੈਗਾ ਚੌਥਾ, ਹੇਠ ਲਿਖੇ ਵਿੱਚੋਂ ਵਿਗਿਆਨਕ ਸਮਾਜਵਾਦ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ? ਲੈਨਿਨ, ਮਾਰਕਸ, ਪਲੈਟੋ ਅਤੇ ਸਟਾਲਿਨ। ਸੋ ਕਾਰਲ ਮਾਰਕਸ ਨੂੰ ਵਿਗਿਆਨਕ ਸਮਾਜਵਾਦ ਯਾਨੀ ਕਿ ਸਾਇੰਟੀਫਿਕ ਸੋਸ਼ਲਿਜ਼ਮ ਦਾ ਫਾਦਰ ਮੰਨਿਆ ਜਾਂਦਾ, ਕਾਰਲ ਮਾਰਕਸ ਨੂੰ। ਪੰਜਵਾਂ ਪ੍ਰਸ਼ਨ ਹੈਗਾ, ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸਨ? ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਸਨ। ਦੂਜੇ ਆਪਸ਼ਨ ਆਪਾਂ ਪੜ੍ਹਨ ਦੀ ਲੋੜ ਨਹੀਂ ਜ਼ਿਆਦਾ। ਗੋਪਾਲ ਕ੍ਰਿਸ਼ਨ ਗੋਖਲੇ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਸਨ। ਛੇਵਾਂ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਨੌਕਰਸ਼ਾਹੀ ਦੀ ਵਿਸ਼ੇਸ਼ਤਾ ਹੈ? ਅਨਾੜੀ ਲੋਕਾਂ ਦੀ ਜਮਾਤ, ਰਾਜਨੀਤਿਕ ਆਧਾਰ 'ਤੇ ਭਰਤੀ, ਨਿਸ਼ਚਿਤ ਕਾਰਜਕਾਲ ਅਤੇ ਗੈਰ ਜ਼ਿੰਮੇਵਾਰ। ਸੋ ਕਿਹੜੀ ਨੌਕਰਸ਼ਾਹੀ ਦੀ ਵਿਸ਼ੇਸ਼ਤਾ ਹੈ? ਨੌਕਰਸ਼ਾਹੀ ਦੀ ਵਿਸ਼ੇਸ਼ਤਾ ਕਿਹੜੀ ਹੈਗੀ ਹੈ? ਨਿਸ਼ਚਿਤ ਕਾਰਜਕਾਲ। ਵੀ ਇਹਨਾਂ ਦਾ ਕਾਰਜਕਾਲ ਜਿਹੜਾ ਉਹ ਨਿਸ਼ਚਿਤ ਹੁੰਦਾ ਵਾ, ਅਨਿਸ਼ਚਿਤ ਨਹੀਂ ਹੈ। ਨਿਸ਼ਚਿਤ ਹੈ, ਜਿਵੇਂ 58 ਜਾਂ 60 ਸਾਲ ਦੀ ਉਮਰ ਤੱਕ ਆਪਣੀ ਨੌਕਰੀ 'ਤੇ ਰਹਿੰਦੇ ਨੇ। ਬਾਕੀ ਆਪਸ਼ਨ ਗਲਤ ਨੇ ਸਾਰੇ, ਇਹ ਆਪਸ਼ਨ ਸਹੀ ਹੈ। ਸੱਤਵਾਂ ਕੁਐਸਚਨ ਹੈਗਾ, ਗ੍ਰਾਮ ਪੰਚਾਇਤ ਦਾ ਕਾਰਜਕਾਲ ਕਿੰਨਾ ਹੈ? ਗ੍ਰਾਮ ਪੰਚਾਇਤ ਦਾ ਕਾਰਜਕਾਲ ਜਿਹੜਾ ਉਹ 5 ਸਾਲ ਹੁੰਦਾ ਹੈ। ਠੀਕ ਹੈ ਜੀ। ਨੈਕਸਟ ਅਗਲਾ ਪ੍ਰਸ਼ਨ ਹੈਗਾ ਵਾ 8ਵਾਂ ਪ੍ਰਸ਼ਨ, ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ? ਕਾਂਗਰਸ ਪਾਰਟੀ ਦੀ ਸਥਾਪਨਾ ਜਿਹੜੀ ਹੈ ਉਹ 1885 ਵਿੱਚ ਹੋਈ। ਇਹ ਸਹੀ ਆਨਸਰ ਹੈ, 1885 ਦੇ ਵਿੱਚ ਕਾਂਗਰਸ ਪਾਰਟੀ ਦੀ ਸਥਾਪਨਾ ਹੋਈ। ਉਸ ਤੋਂ ਅੱਗੇ ਪ੍ਰਸ਼ਨ ਆ ਗਿਆ ਜੀ, ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਜਿਹੜੀ ਹੈ ਉਹ ਕਦੋਂ ਹੋਈ? ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਜਿਹੜੀ ਹੈ ਉਹ 1980 ਵਿੱਚ ਹੋਈ। ਭਾਰਤੀ ਜਨਤਾ ਪਾਰਟੀ ਸਥਾਪਨਾ 1980 1980 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ। 10ਵਾਂ ਪ੍ਰਸ਼ਨ,
ਹੈਗਾ ਵਾ ਭਾਰਤ ਦੇ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਚੋਣ ਆਯੋਗ ਦੀ ਵਿਵਸਥਾ ਕੀਤੀ ਗਈ ਹੈ? ਭਾਰਤ ਦੇ ਸੰਵਿਧਾਨ ਦੀ ਧਾਰਾ 324, ਧਾਰਾ 324, ਵੈਸੇ 324 ਤੋਂ 329 ਤੱਕ ਚੋਣ ਆਯੋਗ ਦਾ ਜ਼ਿਕਰ ਹੈ। ਸੋ ਧਾਰਾ 324 ਤਹਿਤ ਚੋਣ ਆਯੋਗ ਦੀ ਵਿਵਸਥਾ ਕੀਤੀ ਗਈ ਹੈ ਪਿਆਰੇ ਵਿਦਿਆਰਥੀਓ। ਨੈਕਸਟ ਹੈਗਾ ਅਗਲਾ ਪ੍ਰਸ਼ਨ, ਪੰਚਸ਼ੀਲ ਸਮਝੌਤਾ ਕਿਹਨਾਂ ਦੋ ਦੇਸ਼ਾਂ ਵਿਚਕਾਰ ਹੋਇਆ? ਜਿਹੜਾ ਪੰਚਸ਼ੀਲ ਸਮਝੌਤਾ ਹੈ ਉਹ ਭਾਰਤ ਅਤੇ ਚੀਨ ਦਰਮਿਆਨ ਹੋਇਆ 29 ਅਪ੍ਰੈਲ ਜਿਹੜਾ ਵਾ 29 ਅਪ੍ਰੈਲ 1954 ਨੂੰ ਇਹ ਸਮਝੌਤਾ ਹੋਇਆ ਸੀ। ਨੈਕਸਟ ਕੁਐਸਚਨ ਹੈਗਾ ਸੋ 11ਵੇਂ ਪ੍ਰਸ਼ਨ ਦਾ ਉੱਤਰ ਹੈ ਭਾਰਤ ਅਤੇ ਚੀਨ ਪੰਛੀ ਵਾਲਾ। 12ਵੇਂ ਪ੍ਰਸ਼ਨ ਜਿਹੜਾ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ? ਸੋ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਝਾੜੂ ਹੈ। ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ। ਨੈਕਸਟ ਹੈਗਾ 13ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਸਿਧਾਂਤ ਮਾਰਕਸਵਾਦ ਦਾ ਸਿਧਾਂਤ ਨਹੀਂ ਹੈ? ਸਮਾਜਿਕ ਸਮਾਨਤਾ, ਵਾਧੂ ਮੁੱਲ ਦਾ ਸਿਧਾਂਤ, ਵਰਗ ਸੰਘਰਸ਼ ਤੇ ਧਰਮ ਦਾ ਵਿਰੋਧ। ਤੁਹਾਨੂੰ ਪਤਾ ਵਾਧੂ ਮੁੱਲ ਦਾ ਸਿਧਾਂਤ, ਵਰਗ ਸੰਘਰਸ਼ ਤੇ ਧਰਮ ਦਾ ਵਿਰੋਧ ਇਹ ਤਿੰਨੇ ਹੀ ਮਾਰਕਸਵਾਦ ਦੇ ਸਿਧਾਂਤ ਨੇ। ਸਮਾਜਿਕ ਸਮਾਨਤਾ ਮਾਰਕਸਵਾਦ ਦਾ ਸਿਧਾਂਤ ਨਹੀਂ ਹੈ। ਤਾਸ਼ਕੰਦ ਸਮਝੌਤਾ ਭਾਰਤ ਅਤੇ ਹੋਰ ਕਿਹੜੇ ਦੇਸ਼ ਵਿਚਕਾਰ ਹੋਇਆ? ਜਿਹੜਾ ਤਾਸ਼ਕੰਦ ਸਮਝੌਤਾ ਹੈ ਉਹ ਭਾਰਤ ਤਾਸ਼ਕੰਦ ਸਮਝੌਤਾ, ਤਾਸ਼ਕੰਦ ਰਸ਼ੀਆ ਦਾ ਇੱਕ ਸ਼ਹਿਰ ਹੈ ਜਿੱਥੇ ਸਮਝੌਤਾ ਹੋਇਆ ਸੀ। ਰੂਸ ਨੇ ਸਮਝੌਤਾ ਕਰਾਇਆ ਸੀ, ਸੋਵੀਅਤ ਯੂਨੀਅਨ ਉਦੋਂ ਉਹਦਾ ਨਾਂ ਸੀ। ਭਾਰਤ ਅਤੇ ਪਾਕਿਸਤਾਨ 1965 ਦੀ ਜੰਗ ਤੋਂ ਬਾਅਦ ਜੰਗ ਨੂੰ ਖਤਮ ਕਰਾਉਣ ਵਾਸਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਇਹ ਸਮਝੌਤਾ ਹੋਇਆ ਸੀ। 15ਵਾਂ ਪ੍ਰਸ਼ਨ, ਉਦਘਾਟਨੀ ਭਾਸ਼ਣ ਕਿਸ ਦੀ ਰਚਨਾ ਹੈ? ਉਦਘਾਟਨੀ ਭਾਸ਼ਣ ਬਹੁਤ ਵਿਸ਼ਵ ਪ੍ਰਸਿੱਧ ਬੁੱਕ ਹੈਗੀ ਹੈ ਅਤੇ ਕਾਰਲ ਮਾਰਕਸ ਉਹਦੇ ਰਾਈਟਰ ਨੇ। ਕਾਰਲ ਮਾਰਕਸ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਜਿਹਦੇ ਵਿੱਚ 10 ਕੈਪੀਟਲ, ਕਮਿਊਨਿਸਟ ਮੈਨੀਫੈਸਟੋ ਵੀ ਹੈ। ਸੋ ਉਦਘਾਟਨੀ ਭਾਸ਼ਣ ਵੀ ਉਹਦੀ ਹੀ ਬੁੱਕ ਹੈ। 16ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਨਿਵੇਸ਼ ਕੰਮ ਹੈ? ਹਿੱਤ ਸਮੂਹੀਕਰਨ, ਨਿਯਮ ਨਿਰਮਾਣ ਦਾ ਕੰਮ, ਹਿੱਤ ਸਪਸ਼ਟੀਕਰਨ ਤੇ ਰਾਜਨੀਤਿਕ ਸੰਚਾਰ। ਪਿਆਰੇ ਵਿਦਿਆਰਥੀਓ, ਨਿਵੇਸ਼ ਕੰਮ ਹੁੰਦਾ ਇਨਪੁੱਟ ਫੰਕਸ਼ਨ। ਹਿੱਤ ਸਮੂਹੀਕਰਨ ਵੀ ਇਨਪੁੱਟ ਹੈਗਾ, ਹਿੱਤ ਸਪਸ਼ਟੀਕਰਨ ਵੀ ਇਨਪੁੱਟ ਹੈਗਾ, ਰਾਜਨੀਤਿਕ ਸੰਚਾਰ ਵੀ ਇਨਪੁੱਟ ਹੈਗਾ। ਪਰ ਜਿਹੜਾ ਨਿਯਮ ਨਿਰਮਾਣ ਦਾ ਕੰਮ ਹੈ ਇਹ ਆਊਟਪੁੱਟ ਫੰਕਸ਼ਨ ਹੈ, ਇਸ ਕਰਕੇ ਇਹ ਨਿਵੇਸ਼ ਨਹੀਂ ਹੈ, ਨਿਕਾਸ ਕੰਮ ਹੈ। ਇਹੋ ਇਹਦਾ ਆਨਸਰ ਹੈ। ਠੀਕ ਹੈ ਜੀ। ਸੋ ਇਸ ਪ੍ਰਸ਼ਨ ਦਾ ਉੱਤਰ ਹੈ ਨਿਯਮ ਨਿਰਮਾਣ ਦਾ ਕੰਮ ਹੈ ਜਿਹੜਾ ਉਹ ਨਿਵੇਸ਼ ਕੰਮ ਨਹੀਂ ਹੈ। ਨੈਕਸਟ ਕੁਐਸਚਨ ਹੈ 17ਵਾਂ, ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਦੱਸੋ। ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 5 ਤੇ ਵੱਧ ਤੋਂ ਵੱਧ 13 ਹੋ ਸਕਦੀ ਹੈ। ਆਪਸ਼ਨ 3 ਇਹਦਾ ਜਿਹੜਾ ਸਹੀ ਆਨਸਰ ਹੈ। ਨੈਕਸਟ ਹੈਗਾ 18ਵਾਂ ਪ੍ਰਸ਼ਨ, ਹੇਠ ਲਿਖੇ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਹੈ? ਰੋਪੜ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ। ਅੰਮ੍ਰਿਤਸਰ ਸ਼ਹਿਰ 'ਚ, ਇਹਨਾਂ 'ਚੋਂ ਅੰਮ੍ਰਿਤਸਰ ਸ਼ਹਿਰ ਵਿੱਚ ਨਗਰ ਨਿਗਮ ਹੈਗਾ। ਨੈਕਸਟ ਹੈਗਾ 19ਵਾਂ ਪ੍ਰਸ਼ਨ, ਡੇਵਿਡ ਈਸਟਨ ਦੀ ਪੁਸਤਕ ਰਾਜਨੀਤਿਕ ਪ੍ਰਣਾਲੀ ਕਦੋਂ ਪ੍ਰਕਾਸ਼ਿਤ ਕੀਤੀ ਗਈ? ਡੇਵਿਡ ਈਸਟਨ ਦੀ ਪੁਸਤਕ ਰਾਜਨੀਤਿਕ ਪ੍ਰਣਾਲੀ 1953 ਵਿੱਚ ਪ੍ਰਕਾਸ਼ਿਤ ਕੀਤੀ ਗਈ। 20ਵਾਂ ਪ੍ਰਸ਼ਨ, ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ? ਮਹਾਤਮਾ ਗਾਂਧੀ ਜੀ ਦਾ ਜਨਮ ਜਿਹੜਾ ਵਾ 2 ਅਕਤੂਬਰ 1869 ਨੂੰ ਹੋਇਆ। ਇਹ ਰਾਸ਼ਟਰੀ ਛੁੱਟੀ ਜਿਹੜੀ ਹੈ ਮੰਨੀ ਜਾਂਦੀ ਹੈ। ਇਹ 20 ਪ੍ਰਸ਼ਨ ਸੀ MCQ ਮਲਟੀਪਲ ਚੋਇਸ ਕੁਐਸਚਨ ਵਾਲੇ। ਅਗਲੇ ਜਿਹੜੇ ਪ੍ਰਸ਼ਨ ਨੇ 10 ਪ੍ਰਸ਼ਨ ਉਹ ਗਲਤ ਠੀਕ ਜਾਂ ਇੱਕ ਲਾਈਨ ਦਾ ਆਨਸਰ, ਇੱਕ ਸ਼ਬਦ ਦਾ ਆਨਸਰ ਵੀ ਹੋ ਸਕਦਾ। 21ਵਾਂ ਪ੍ਰਸ਼ਨ, ਰਾਜਨੀਤਿਕ ਪ੍ਰਣਾਲੀ ਨੂੰ ਨਿਕਾਸਾਂ ਵਿੱਚ ਬਦਲਣ ਦਾ ਕੰਮ ਕਰਦੀ ਹੈ। ਇਹ ਸਹੀ ਗਲਤ ਵਾਲਾ ਇੱਥੇ ਨਹੀਂ ਸੀਗਾ ਕਿਉਂਕਿ ਇਹ ਟਾਈਪਿੰਗ 'ਚ ਥੋੜ੍ਹੀ ਗਲਤੀ ਸਾਡੇ ਕੋਲ ਰਹਿ ਗਈ। ਸੋ ਇਹਦਾ ਰਾਜਨੀਤਿਕ ਪ੍ਰਣਾਲੀ ਡੈਸ਼ ਨੂੰ ਨਿਕਾਸਾਂ ਵਿੱਚ ਬਦਲਣ ਦਾ ਕੰਮ ਕਰਦੀ ਹੈ। ਡੈਸ਼ ਇੱਥੇ ਤੁਹਾਨੂੰ ਪਤਾ ਹੀ ਹੈ ਕੀ ਆਉਣਾ ਵੈ, ਨਿਵੇਸ਼ਾਂ ਨੂੰ। ਇੱਥੇ ਕੀ ਆਉਣਾ ਵੈ, ਨਿਵੇਸ਼। ਨਿਵੇਸ਼ਾਂ ਨੂੰ ਨਿਕਾਸਾਂ 'ਚ ਬਦਲਣ ਦਾ ਕੰਮ ਕਰਦੀ ਹੈ, ਭਾਵ ਇਨਪੁੱਟ। 22ਵਾਂ ਪ੍ਰਸ਼ਨ, ਉਦਾਰਵਾਦ ਦਾ ਜਨਮ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸਟ ਤੋਂ ਹੋਇਆ ਸੀ। ਖਾਲੀ ਥਾਂ 'ਚ ਆਪਾਂ ਲਿਬਰਲਿਸਟ ਭਰਨਾ, ਗਲਤ ਠੀਕ ਇੱਥੇ ਵੀ ਨਹੀਂ ਸੀ ਚਾਹੀਦਾ, ਇੱਥੇ ਵੀ ਨਹੀਂ ਸੀ ਚਾਹੀਦਾ। ਠੀਕ ਹੈ ਜੀ। ਸੋ ਇਹਦਾ ਖਾਲੀ ਥਾਂ ਭਰਨਾ ਸੀ। ਉਦਾਰਵਾਦ ਦਾ ਜਨਮ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸਟ ਤੋਂ ਹੋਇਆ ਹੈ। 23ਵਾਂ ਪ੍ਰਸ਼ਨ, ਮਹਾਤਮਾ ਗਾਂਧੀ ਅਨੁਸਾਰ ਉਦੇਸ਼ ਅਤੇ ਸਾਧਨ ਵਿੱਚ ਗੂੜਾ ਸੰਬੰਧ ਹੈ। ਇਹ ਗੱਲ ਸਹੀ ਹੈ ਜਾਂ ਗਲਤ? ਇਹ ਬਿਲਕੁਲ ਸਹੀ ਹੈ। ਸੋ ਉਹ ਕਹਿੰਦੇ ਸੀ ਸਾਧਨਾ ਅਤੇ
ਉਦੇਸ਼ਾਂ ਦੇ ਵਿੱਚ ਗੂੜਾ ਸੰਬੰਧ ਹੁੰਦਾ ਹੈ। ਮਾਰਕਸ ਕਹਿੰਦਾ ਸੀ, ਕਾਰਲ ਮਾਰਕਸ ਕਹਿੰਦਾ ਹੈ ਵੀ ਸੰਬੰਧ ਨਹੀਂ ਹੁੰਦਾ। ਨੌਕਰਸ਼ਾਹੀ ਨੂੰ ਅਸੈਨਿਕ ਸੇਵਾਵਾਂ ਵੀ ਕਿਹਾ ਜਾਂਦਾ, ਇਹ ਵੀ ਬਿਲਕੁਲ ਸਹੀ ਆਪਸ਼ਨ ਹੈ, ਸਹੀ ਉੱਤਰ ਹੈ। ਨੌਕਰਸ਼ਾਹੀ ਨੂੰ ਹੀ ਅਸੈਨਿਕ ਸੇਵਾਵਾਂ ਜਾਂ ਸਿਵਲ ਸਰਵਿਸਿਜ਼ ਕਿਹਾ ਜਾਂਦਾ, ਸਹੀ ਆਪਸ਼ਨ। ਅਗਲਾ ਪ੍ਰਸ਼ਨ ਹੈਗਾ ਜੀ 25ਵਾਂ, ਪੰਚਾਇਤੀ ਰਾਜ ਪ੍ਰਣਾਲੀ ਦਾ ਕੋਈ ਇੱਕ ਦੋਸ਼ ਦੱਸੋ। ਪੰਚਾਇਤੀ ਰਾਜ ਪ੍ਰਣਾਲੀ ਦੇ ਕਈ ਦੋਸ਼ ਨੇ, ਤੁਸੀਂ ਜਿਹੜਾ ਮੇਜਰ ਦੋਸ਼ ਦੱਸ ਸਕਦੇ ਹੋ ਵੀ ਇਹ ਆਰਥਿਕ ਤੌਰ 'ਤੇ ਇੰਡੀਪੈਂਡੈਂਟ ਨਹੀਂ ਹੈ, ਪਿੰਡਾਂ ਵਿੱਚ ਗੁੱਟਬੰਦੀ ਹੋ ਜਾਂਦੀ ਹੈ, ਇਹ ਸਮੱਸਿਆ ਹੈ। ਠੀਕ ਹੈ, ਸਰਕਾਰ ਜਿਹੜੀ ਇਹ ਨਿਰਭਰ ਰਹਿੰਦੀ ਹੈ ਸਰਕਾਰ ਦੀ ਗ੍ਰਾਂਟ 'ਤੇ, ਇਹ ਇਹਦੇ ਦੋਸ਼ ਨੇ। ਨੈਕਸਟ ਹੈਗਾ ਦੋ ਦਲ ਪ੍ਰਣਾਲੀ ਵਾਲੇ ਕਿਸੇ ਇੱਕ ਦੇਸ਼ ਦਾ ਨਾਂ ਦੱਸੋ। ਦੋ ਦਲ ਪ੍ਰਣਾਲੀ ਵਾਲੇ ਇੱਕ ਦੇਸ਼ ਜਿਹੜਾ ਵਾ USA ਅਤੇ UK, ਇਹ ਦੋਵੇਂ ਦੇਸ਼ ਜਿਹੜੇ ਨੇ ਦੋ ਦਲ ਪ੍ਰਣਾਲੀ ਵਾਲੇ ਆ, ਇੰਗਲੈਂਡ ਵੀ ਅਤੇ ਅਮਰੀਕਾ ਵੀ। 27ਵਾਂ ਪ੍ਰਸ਼ਨ, ਨਗਰ ਨਿਗਮ ਦਾ ਕਾਰਜ ਸਾਧਕ ਅਧਿਕਾਰੀ ਕੌਣ ਹੁੰਦਾ ਹੈ। ਜਿਹੜੀ ਨਗਰ ਨਿਗਮ ਦਾ ਕਾਰਜ ਸਾਧਕ ਅਧਿਕਾਰੀ ਹੈ ਉਹ ਕਮਿਸ਼ਨਰ ਹੁੰਦਾ ਹੈ। ਨੈਕਸਟ ਹੈਗਾ ਚੋਣ ਆਯੋਗ ਦਾ ਪ੍ਰਧਾਨ ਕੌਣ ਹੁੰਦਾ। ਚੋਣ ਆਯੋਗ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਚੋਣ ਕਮਿਸ਼ਨਰ ਹੁੰਦਾ, ਮੁੱਖ ਚੋਣ ਕਮਿਸ਼ਨਰ ਉਹਨੂੰ ਕਿਹਾ ਜਾਂਦਾ ਵਾ। ਅੱਜ ਕੱਲ੍ਹ ਸੁਨੀਲ ਅਰੋੜਾ ਮੁੱਖ ਚੋਣ ਕਮਿਸ਼ਨਰ ਨੇ। ਠੀਕ ਹੈ ਜੀ। ਨੈਕਸਟ ਹੈਗਾ ਹਿਜਰਤ ਦਾ ਅਰਥ ਦੱਸੋ। ਹਿਜਰਤ ਦਾ ਅਰਥ ਹੈ ਸਥਾਨ ਛੱਡ ਕੇ ਚਲੇ ਜਾਣਾ। ਮਹਾਤਮਾ ਗਾਂਧੀ ਜੀ ਨੇ ਜਿਹੜੇ ਸੱਤਿਆਗ੍ਰਹਿ ਦੇ ਜਿਹੜੇ ਨੇ, ਮਹਾਤਮਾ ਗਾਂਧੀ ਜੀ ਸੱਤਿਆਗ੍ਰਹਿ ਦੇ ਢੰਗ ਦੱਸਣੇ, ਉਹਨਾਂ ਸੱਤਿਆਗ੍ਰਹਿ ਦੇ ਇੱਕ ਢੰਗ ਦੇ ਵਿੱਚੋਂ ਹਿਜਰਤ ਵੀ ਢੰਗ ਹੈ। ਹਿਜਰਤ ਦਾ ਮਤਲਬ ਹੈ ਜੇਕਰ ਜਿਹੜਾ ਜ਼ਾਲਮ ਹੈ ਉਹ ਤੁਹਾਡਾ ਪਿੱਛਾ ਨਾ ਛੱਡੇ, ਉਹ ਤੁਹਾਡੇ 'ਤੇ ਜ਼ੁਲਮ ਕਰਦਾ ਰਹੇ, ਸਾਰੇ ਢੰਗ ਅਪਣਾ ਲਏ, ਅਤੇ ਫਿਰ ਲਾਸਟ ਹਥਿਆਰ ਬਚਦਾ ਵਾ ਹਿਜਰਤ। ਹਿਜਰਤ ਮਤਲਬ ਉਹ ਸਥਾਨ ਛੱਡ ਕੇ ਚਲੇ ਜਾਣਾ ਚਾਹੀਦਾ ਹੈ, ਮਹਾਤਮਾ ਗਾਂਧੀ ਦਾ ਵਿਚਾਰ ਹੈ। 30ਵਾਂ ਪ੍ਰਸ਼ਨ ਹੈ ਸੰਸਦੀ ਸਰਕਾਰ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ। ਸੰਸਦੀ ਸਰਕਾਰ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ। ਇਹਦੇ 'ਚ ਅਸਲੀ ਕਾਰਜਪਾਲਿਕਾ ਅਤੇ ਨਾਮਾਤਰ ਕਾਰਜਪਾਲਿਕਾ ਵਿੱਚ ਭੇਦ ਹੁੰਦਾ ਵਾ। ਇਹਦੇ 'ਚ ਜ਼ਿੰਮੇਵਾਰ ਸਰਕਾਰ ਹੁੰਦੀ ਹੈ, ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ। ਸੋ ਇਹ ਸਾਰੇ ਵਿਸ਼ੇਸ਼ਤਾਵਾਂ ਨੇ। ਕੋਈ ਇੱਕ ਹੀ ਲਿਖ ਸਕਦੇ ਹੋ ਆਪਾਂ। ਠੀਕ ਹੈ ਜੀ, ਕਿਉਂਕਿ ਇੱਕ ਨੰਬਰ ਦਾ ਕੁਐਸਚਨ ਹੈ। ਉਸ ਤੋਂ ਬਾਅਦ ਆ ਗਿਆ ਜੀ ਭਾਗ ਐੜਾ। ਭਾਗ ਐੜਾ ਦੇ ਵਿੱਚ ਪਿਆਰੇ ਵਿਦਿਆਰਥੀਓ 6 ਪ੍ਰਸ਼ਨ ਨੇ, 6 ਦੇ 6 ਹੀ ਤੁਸੀਂ ਕਰਨੇ ਹੁੰਦੇ ਨੇ। ਸੱਤਿਆਗ੍ਰਹਿ, ਪਹਿਲਾ ਪ੍ਰਸ਼ਨ ਆ ਗਿਆ ਸੱਤਿਆਗ੍ਰਹਿ ਤੋਂ ਕੀ ਭਾਵ ਹੈ। ਇਹਦੇ 'ਚ ਭਾਗ ਐੜੇ ਵਿੱਚ 2-2 ਨੰਬਰ ਦੇ ਪ੍ਰਸ਼ਨ ਨੇ। ਸੱਤਿਆਗ੍ਰਹਿ ਤੋਂ ਕੀ ਭਾਵ ਹੈ। ਸੱਤਿਆਗ੍ਰਹਿ ਤੋਂ ਮੈਂ ਪਹਿਲੇ ਦੱਸਿਆ ਵਾ, ਸੱਤਿਆਗ੍ਰਹਿ ਮਜ਼ਬੂਤ ਮਨ ਵਾਲਾ ਵਿਅਕਤੀ ਜਿਹੜਾ ਵਾ ਉਹ ਕਿਸੇ ਜ਼ਾਲਮ ਨੂੰ ਰੋਕਣ ਵਾਸਤੇ ਸੱਤਿਆਗ੍ਰਹਿ ਕਰਦਾ ਵਾ। ਤੁਸੀਂ ਦੇਖਿਆ ਹੋਣਾ ਭੁੱਖ ਹੜਤਾਲ ਕਰਦੇ ਨੇ ਜਾਂ ਮਰਨ ਵਰਤ ਰੱਖਦੇ ਨੇ ਜਾਂ ਵਿਰੋਧ ਕਰਦੇ ਨੇ ਜਾਂ ਹਿਜਰਤ ਵੀ ਕਰ ਜਾਂਦੇ ਨੇ, ਇਹ ਸਾਰਾ ਕੁਝ ਸੱਤਿਆਗ੍ਰਹਿ ਦੇ ਢੰਗ ਨੇ। ਠੀਕ ਹੈ ਜੀ। ਸੋ ਸੱਤਿਆਗ੍ਰਹਿ ਕਿਸੇ ਦਾ ਮਨ ਬਦਲਣ ਵਾਸਤੇ ਵਰਤੋਂ ਕੀਤੀ ਗਿਆ ਪ੍ਰਕਿਰਿਆ ਹੈ। ਤੁਸੀਂ ਆਮ ਜ਼ਿੰਦਗੀ 'ਚ ਤੁਸੀਂ ਦੇਖ ਸਕਦੇ ਹੋ ਵਿਦਿਆਰਥੀਓ, ਤੁਹਾਡੇ ਸਮਝਾਉਣ ਲਈ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਕਈ ਵਾਰ ਆਪਣੇ ਪੇਰੈਂਟਸ ਨਾਲ ਤੁਸੀਂ ਨਾਰਾਜ਼ ਹੋ ਜਾਂਦੇ ਹੋ ਅਤੇ ਖਾਣਾ ਨਹੀਂ ਖਾਂਦੇ। ਠੀਕ ਹੈ, ਵੀ ਤੁਸੀਂ ਨਾਰਾਜ਼ ਹੋ ਜਾਂ ਬੋਲਦੇ ਨਹੀਂ ਜਾਂ ਖਾਣਾ ਨਹੀਂ ਖਾਂਦੇ, ਤੋ ਇਹ ਇੱਕ ਸੱਤਿਆਗ੍ਰਹਿ ਦਾ ਢੰਗ ਹੈ। ਤੁਸੀਂ ਉਹਨਾਂ ਨੂੰ ਆਪਣੀ ਦੱਸਣਾ ਚਾਹੁੰਦੇ ਹੋ ਵੀ ਨਹੀਂ ਮੈਂ ਸਹੀ ਹਾਂ। ਠੀਕ ਹੈ, ਸੋ ਇਹ ਸੱਤਿਆਗ੍ਰਹਿ ਦਾ ਹੀ ਇੱਕ ਢੰਗ ਹੈ। ਇਹਨੂੰ ਅਸੀਂ ਵੱਡੇ ਪੱਧਰ 'ਤੇ ਵੀ ਲਾਗੂ ਕਰਦੇ ਹਾਂ ਕਿ ਜਦੋਂ ਭੁੱਖ ਹੜਤਾਲ ਲੋਕੀ ਕਰ ਰਹੇ ਨੇ ਅਤੇ ਉਹ ਸੱਤਿਆਗ੍ਰਹਿ ਹੁੰਦਾ ਵਾ। ਮਹਾਤਮਾ ਗਾਂਧੀ ਨੇ ਵਿਚਾਰ ਦੱਸੇ। ਦੂਜਾ ਇੱਕ ਦਲ ਪ੍ਰਣਾਲੀ ਤੋਂ ਕੀ ਭਾਵ। ਇੱਕ ਦਲ ਪ੍ਰਣਾਲੀ ਉਹ ਪ੍ਰਣਾਲੀ ਹੈ ਜਿਹਦੇ 'ਚ ਕੇਵਲ ਇੱਕੋ ਪੋਲੀਟੀਕਲ ਪਾਰਟੀ ਹੁੰਦੀ ਹੈ। ਚਾਈਨਾ ਉਹ ਦੇਸ਼ ਹੈ ਜਿੱਥੇ ਇੱਕ ਦਲ ਪ੍ਰਣਾਲੀ ਹੈ, ਸਿਰਫ ਕਮਿਊਨਿਸਟ ਪਾਰਟੀ ਹੈ, ਹੋਰ ਕੋਈ ਪਾਰਟੀ ਨਹੀਂ ਹੈ, ਅਤੇ ਉਸੇ ਪਾਰਟੀ ਦੇ ਅੰਦਰ ਰਹਿ ਕੇ ਲੋਕ ਇਲੈਕਸ਼ਨ ਵੀ ਲੜਦੇ ਨੇ। ਅਗਲਾ ਪ੍ਰਸ਼ਨ ਜਿਹੜਾ ਚੌਥਾ ਪ੍ਰਸ਼ਨ ਹੈਗਾ ਉਹ ਕਹਿ ਰਿਹਾ ਜੀ ਕਾਨੂੰਨ ਦੇ ਸ਼ਾਸਨ ਤੋਂ ਕੀ ਭਾਵ। ਇਹਦਾ ਮਤਲਬ ਹੈ ਕਾਨੂੰਨ ਦਾ ਸ਼ਾਸਨ ਦਾ ਅਰਥ ਇਹ ਹੈ ਕਾਨੂੰਨ ਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਨੇ, ਇੱਕੋ ਜਿਹੇ ਨੇ, ਕਾਨੂੰਨ ਕਿਸੇ ਨਾਲ ਭੇਦਭਾਵ ਨਹੀਂ ਕਰਦਾ ਅਤੇ ਕਾਨੂੰਨ ਦੇ ਅਧੀਨ ਸਾਰਾ ਇਹ ਪ੍ਰਬੰਧ ਚਲਾਇਆ ਜਾਂਦਾ। ਪੰਜਵਾਂ ਪ੍ਰਸ਼ਨ ਹੈ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਕੋਈ 2 ਕਮਜ਼ੋਰੀਆਂ ਦੱਸੋ। ਮੈਂ ਪਿੱਛੇ ਵੀ ਦੱਸ ਚੁੱਕਿਆ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਕਮਜ਼ੋਰੀਆਂ ਇਹ ਨੇ ਵੀ ਇਹ ਆਰਥਿਕ ਤੌਰ 'ਤੇ ਸੁਤੰਤਰ ਨਹੀਂ ਹੈ, ਇਹ ਆਪਣੇ ਫੰਡਾਂ ਵਾਸਤੇ ਰਾਜ ਸਰਕਾਰ 'ਤੇ ਨਿਰਭਰ ਹੈਗੀ ਹੈ। ਪਿੰਡਾਂ ਦੇ ਵਿੱਚ ਧੜੇਬੰਦੀ ਇਹਦੀ ਸਮੱਸਿਆ ਵਾ, ਲੋਕਾਂ ਦੀ ਅਨਪੜ੍ਹਤਾ ਸਮੱਸਿਆ ਵਾ। ਸੋ ਕਈ ਕਮਜ਼ੋਰੀਆਂ ਨੇ ਪੰਚਾਇਤੀ ਰਾਜ ਪ੍ਰਣਾਲੀ ਦੀਆਂ। ਇਸ ਤੋਂ ਇਲਾਵਾ ਰਾਸ਼ਟਰੀ ਰਾਜਨੀਤਿਕ ਦਲ ਤੋਂ ਕੀ ਭਾਵ ਹੈ। ਅਗਲਾ ਪ੍ਰਸ਼ਨ ਜਿਹੜਾ ਰਾਸ਼ਟਰੀ ਰਾਜਨੀਤਿਕ ਦਲ ਹੈਗਾ, ਰਾਸ਼ਟਰੀ ਰਾਜਨੀਤਿਕ ਦਲ ਤੋਂ ਉਹ ਦਲ ਨੇ ਜਿਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੁੰਦੀ ਹੈ। ਉਹਦੇ ਲਈ ਕੁਝ ਜ਼ਰੂਰੀ ਸ਼ਰਤਾਂ ਨੇ।
ਚੋਣ ਕਮਿਸ਼ਨ ਦੀਆਂ ਜਿਹੜੀਆਂ ਪੂਰੀਆਂ ਕਰਨ ਤੋਂ ਬਾਅਦ ਰਾਸ਼ਟਰੀ ਰਾਜਨੀਤਿਕ ਦਲ ਮੰਨਿਆ ਜਾਂਦਾ। 4 ਰਾਜਾਂ ਦੇ ਵਿੱਚ ਘੱਟੋ ਘੱਟ 3% ਵੋਟਾਂ ਪ੍ਰਾਪਤ ਹੋਣ ਤੇ ਕੋਈ ਦਲ ਰਾਸ਼ਟਰੀ ਰਾਜਨੀਤਿਕ ਦਲ ਮੰਨ ਜਾਂਦਾ। ਹੋਰ ਵੀ ਇਹਦੀਆਂ 3 4 5 ਸ਼ਰਤਾਂ ਨੇ। ਸੋ ਉਹਨਾਂ ਸ਼ਰਤਾਂ 'ਚ ਕੋਈ ਇੱਕ ਸ਼ਰਤ ਪੂਰੀ ਕਰਨ ਤੇ ਕੋਈ ਰਾਸ਼ਟਰੀ ਰਾਜਨੀਤਿਕ ਦਲ ਬਣ ਸਕਦਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ 2 ਨੰਬਰ ਦਾ ਲਾਸਟਲੀ, ਉਦਾਰਵਾਦ ਦੇ ਮੁੱਖ ਰੂਪ ਕਿਹੜੇ ਨੇ? ਉਦਾਰਵਾਦ ਦੇ ਮੁੱਖ ਰੂਪ ਪਰੰਪਰਾਵਾਦਿਕ ਉਦਾਰਵਾਦ ਤੇ ਆਧੁਨਿਕ ਉਦਾਰਵਾਦ ਹੈ। ਅੱਜ ਕੱਲ੍ਹ ਉੱਤਰ ਉਦਾਰਵਾਦ ਵੀ ਹੈਗਾ, ਭਾਵ ਪਰੰਪਰਾਵਾਦੀ ਤੇ ਆਧੁਨਿਕ ਤੋਂ ਬਾਅਦ ਨਵਾਂ ਉਦਾਰਵਾਦ, ਨਵ ਉਦਾਰਵਾਦ ਵੀ ਹੈਗਾ ਇਹਦਾ ਰੂਪ। ਠੀਕ ਹੈ ਜੀ। ਪਰ ਜੇਕਰ ਤੁਸੀਂ ਪਰੰਪਰਾਵਾਦੀ ਆਧੁਨਿਕ ਲਿਖ ਦਿਓ ਤਾਂ ਵੀ ਤੁਹਾਡਾ ਉੱਤਰ ਜਿਹੜਾ ਉਹ ਸਹੀ ਮੰਨਿਆ ਜਾਂਦਾ, ਪਰ ਨਵ ਉਦਾਰਵਾਦ ਵੀ ਲਿਖਣਾ ਚਾਹੀਦਾ। ਨੈਕਸਟ ਹੈਗਾ ਜੀ 4 ਨੰਬਰ ਦੇ ਕੁਐਸਚਨ ਨੇ। ਪਿਆਰੇ ਵਿਦਿਆਰਥੀਓ, ਅਸੀਂ ਪਹਿਲਾਂ ਦੱਸ ਚੁੱਕੇ ਹਾਂ ਇਹ 6 ਪ੍ਰਸ਼ਨ ਆਉਣਗੇ। ਇਹਨਾਂ 6 ਚੋਂ ਕੋਈ 4 ਹੀ ਕਰਨੇ ਆ ਤੇ ਹਰੇਕ ਪ੍ਰਸ਼ਨ ਦੇ 4 ਅੰਕ ਨੇ। ਮੈਂ ਥੋੜ੍ਹਾ ਜਿਹਾ ਹਿੰਟ ਤੁਹਾਨੂੰ ਜ਼ਰੂਰ ਇਹਨਾਂ ਪ੍ਰਸ਼ਨਾਂ ਬਾਰੇ ਵੀ ਦੇਣਾ ਚਾਹਾਂਗਾ। ਇਹਦੇ 'ਚ ਪਹਿਲਾ ਪ੍ਰਸ਼ਨ ਹੈਗਾ ਰਾਜਨੀਤਿਕ ਕਾਰਜਪਾਲਿਕਾ ਤੇ ਸਥਾਈ ਕਾਰਜਪਾਲਿਕਾ ਵਿੱਚ ਅੰਤਰ ਦੱਸੋ। ਰਾਜਨੀਤਿਕ ਕਾਰਜਪਾਲਿਕਾ ਉਹ ਕਾਰਜਪਾਲਿਕਾ ਵਾ ਜਿਹੜੇ ਨੇਤਾ ਹੁੰਦੇ ਨੇ, ਜਿਹੜੇ MLA MP ਜਾਂ ਜਿਹੜੇ ਇਲੈਕਸ਼ਨ ਲੜ ਕੇ ਖੜੇ ਹੁੰਦੇ ਨੇ ਉਮੀਦਵਾਰ, ਉਹ ਜਿਉਂ ਜਿੱਤਦੇ ਨੇ ਤੇ ਉਹ ਸਰਕਾਰ ਬਣਾਉਂਦੇ ਨੇ, ਮੰਤਰੀ ਬਣਦੇ ਨੇ, ਤੇ ਉਹ ਰਾਜਨੀਤਿਕ ਕਾਰਜਪਾਲਿਕਾ। ਸਥਾਈ ਕਾਰਜਪਾਲਿਕਾ ਨੌਕਰਸ਼ਾਹੀ ਹੈ, ਅਸੈਨਿਕ ਅਧਿਕਾਰੀ ਨੇ ਜਿਹੜੇ ਪੱਕੇ ਤੌਰ 'ਤੇ 58 ਜਾਂ 60 ਸਾਲ ਦੀ ਉਮਰ ਤੱਕ ਰਹਿੰਦੇ ਨੇ। ਰਾਜਨੀਤਿਕ ਕਾਰਜਪਾਲਿਕਾ ਜਿਹੜੀ ਹੈ ਉਹ 4 ਜਾਂ 5 ਸਾਲ ਜਿੰਨੇ ਚਿਰ ਸਰਕਾਰ ਹੁੰਦੀ ਉਨੇ ਚਿਰ ਉਹ ਰਹਿੰਦੇ ਨੇ ਤੇ ਬਾਅਦ 'ਚ ਬਦਲ ਜਾਂਦੇ ਨੇ, ਪਰ ਸਥਾਈ ਕਾਰਜਪਾਲਿਕਾ ਉਹੀ ਰਹਿੰਦੀ ਹੈ। ਰਾਜਨੀਤਿਕ ਕਾਰਜਪਾਲਿਕਾ ਦੀ ਵਾਹਵਾ ਹੁੰਦੀ ਹੈ ਤੇ ਇਹਦਾ ਨਾਂ ਹੁੰਦਾ ਸਥਾਈ ਕਾਰਜਪਾਲਿਕਾ ਜਿਹੜੀ ਹੈ ਉਹ ਗੁੰਮਨਾਮ ਰਹਿ ਕੇ ਕੰਮ ਕਰਦੀ ਹੈ। ਰਾਜਨੀਤਿਕ ਕਾਰਜਪਾਲਿਕਾ ਕਿਸੇ ਪਾਰਟੀ ਨਾਲ ਰਿਲੇਟਡ ਹੁੰਦੀ ਹੈ, ਸਥਾਈ ਕਾਰਜਪਾਲਿਕਾ ਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੁੰਦਾ, ਇਹ ਨਿਰਪੱਖ ਰਹਿ ਕੇ ਕੰਮ ਕਰਦੇ ਨੇ। ਸੋ ਇੰਨਾ ਕਾਫੀ ਹੈ ਹਿੰਟ ਤੁਹਾਨੂੰ। 4 ਨੰਬਰ ਦਾ ਪ੍ਰਸ਼ਨ ਹੈ, ਤੁਹਾਨੂੰ ਪਤਾ ਹੀ ਹੈ ਵੀ ਇਹ 50-60 ਸ਼ਬਦਾਂ 'ਚ ਇਹਦਾ ਆਨਸਰ ਦੇਣਾ ਹੁੰਦਾ। ਨੈਕਸਟ ਹੈਗਾ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਕੀ ਹੈ? ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਡੇਵਿਡ ਈਸਟਨ ਦਾ ਇਹ ਮਾਡਲ ਹੈ, ਉਹਦੇ ਵਿੱਚ ਉਹਨੇ ਕਿਹਾ ਹੋਇਆ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ। ਇਹਦਾ ਅਰਥ ਇਹ ਹੈ, ਉਹ ਕਹਿੰਦਾ ਵੀ ਜਦੋਂ ਕੋਈ ਨਿਵੇਸ਼ ਨਿਕਾਸ ਦਾ ਰੂਪ ਧਾਰਨ ਕਰ ਜਾਂਦਾ ਹੈ ਤੇ ਉਹੀ ਨਿਕਾਸ ਦੁਬਾਰਾ ਨਿਵੇਸ਼ ਬਣ ਜਾਏ, ਉਹਨੂੰ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਹੈ। ਮੰਨ ਲਓ ਤੁਹਾਡੀ ਗਲੀ ਖਰਾਬ ਹੋ ਗਈ, ਟੁੱਟ ਗਈ ਗਲੀ, ਤੁਸੀਂ ਪਿੰਡ ਦੇ ਸਰਪੰਚ ਨੂੰ ਕਿਹਾ ਜੀ ਸਾਡੀ ਗਲੀ ਬਣਾ ਦਿਓ। ਜਦੋਂ ਤੁਸੀਂ ਡਿਮਾਂਡ ਕੀਤੀ ਗਲੀ ਬਣਾ ਦਿਓ, ਉਹ ਇਨਪੁੱਟ ਸੀ। ਸਰਪੰਚ ਨੇ ਗਲੀ ਮਹੀਨਾ 2 ਮਹੀਨੇ 6 ਮਹੀਨੇ ਬਾਅਦ ਬਣਾ ਦਿੱਤੀ, ਉਹ ਆਊਟਪੁੱਟ ਹੋ ਗਿਆ। ਇਨਪੁੱਟ ਕੀ ਹੈ? ਗਲੀ ਬਣਾਉਣ ਦੀ ਮੰਗ ਕਰਨਾ। ਆਊਟਪੁੱਟ ਕੀ ਹੈ? ਗਲੀ ਬਣਾ ਕੇ ਦੇਣਾ। ਦੁਬਾਰਾ ਤੁਸੀਂ ਕਹਿਤਾ ਜੀ ਇਹ ਗਲੀ ਤੁਸੀਂ ਸਹੀ ਨਹੀਂ ਬਣਾਈ, ਨਾਲੀ ਤੋਂ ਗਲੀ ਜਿਹੜੀ ਹੈ ਉਹ ਨੀਵੀਂ ਹੈ, ਇਸ ਕਰਕੇ ਇਹ ਨਾਲੀ ਤੋਂ ਉੱਚੀ ਹੋਣੀ ਚਾਹੀਦੀ ਸੀ, ਇਹ ਗਲਤ ਗਲੀ ਬਣੀ ਹੈ, ਦੁਬਾਰਾ ਬਣਾਓ ਇਹਨੂੰ। ਇਹ ਜਿਹੜੀ ਤੁਸੀਂ ਦੁਬਾਰਾ ਮੰਗ ਕਰ ਰਹੇ ਹੋ, ਇਸੇ ਦੁਬਾਰਾ ਮੰਗ ਨੂੰ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਡੇਵਿਡ ਈਸਟਨ ਨੇ ਕਿਹਾ ਹੈ। ਫੀਡਬੈਕ ਲੂਪ ਸਿਸਟਮ ਇਨ ਇੰਗਲਿਸ਼, ਇਹਨੂੰ ਇੰਗਲਿਸ਼ 'ਚ ਫੀਡਬੈਕ ਲੂਪ ਸਿਸਟਮ ਕਹਿੰਦੇ ਆ। ਦੁਬਾਰਾ ਫੀਡਬੈਕ ਦੇਣਾ ਵੀ ਜਿਹੜਾ ਕੰਮ ਹੋਇਆ ਉਹਦੇ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ, ਉਹਨੂੰ ਮੋਡੀਫਾਈ ਕੀਤਾ ਜਾਏ ਜਾਂ ਦੁਬਾਰਾ ਉਹੀ ਕੋਈ ਨਵੀਂ ਮੰਗ ਪੈਦਾ ਹੋ ਗਈ ਹੈ, ਪਹਿਲੇ ਆਊਟਪੁੱਟ ਵਿੱਚੋਂ ਨਵੀਂ ਮੰਗ ਪੈਦਾ ਜਦੋਂ ਹੋਏ ਤੇ ਉਹਨੂੰ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਕਿਹਾ ਜਾਂਦਾ। ਨੈਕਸਟ ਕੁਐਸਚਨ ਹੈਗਾ ਜੀ ਕਾਰਲ ਮਾਰਕਸ ਵਰਗ ਸੰਘਰਸ਼ ਦਾ ਵਰਣਨ ਕਰੋ। ਕਾਰਲ ਮਾਰਕਸ ਦੇ ਵਰਗ ਸੰਘਰਸ਼ ਦਾ ਵਰਣਨ ਕਰੋ। ਕਾਰਲ ਮਾਰਕਸ ਦਾ ਵਰਗ ਸੰਘਰਸ਼ ਕਹਿੰਦਾ ਸਮਾਜ ਦੇ ਵਿੱਚ ਕਹਿੰਦਾ ਸਮਾਜ 2 ਵਰਗਾਂ 'ਚ ਵੰਡਿਆ ਹੋਇਆ, ਹੈਵ ਤੇ ਹੈਵ ਨਾਟਸ, ਜਿਨ੍ਹਾਂ ਕੋਲ ਹੈ ਤੇ ਜਿਨ੍ਹਾਂ ਕੋਲ ਨਹੀਂ ਹੈ। ਠੀਕ ਹੈ, ਤੇ ਇਹਨਾਂ ਦਾ ਸੰਘਰਸ਼ ਜਿਹੜਾ ਵਾ ਲਗਾਤਾਰ ਚੱਲਦਾ ਰਹਿੰਦਾ ਵਾ, ਸਦੀਆਂ ਤੋਂ ਚੱਲਦਾ ਆਇਆ ਵਾ ਤੇ ਅੱਗੇ ਵੀ ਚੱਲਦਾ ਰਹੇਗਾ। ਤੇ ਕਾਰਲ ਮਾਰਕਸ ਇਹ ਚਾਹੁੰਦਾ ਵੀ ਮੈਂ ਇਹ ਚਾਹੁੰਦਾ ਵੀ ਵਰਗਾਂ ਦਾ ਸੰਘਰਸ਼ ਜਿਹੜਾ ਖਤਮ ਹੋਏ ਤੇ ਵਰਗ ਰਹਿਤ ਤੇ ਰਾਜ ਰਹਿਤ ਸਮਾਜ ਦਾ ਸਿਰਜਣ ਹੋਏ, ਨਿਰਮਾਣ ਹੋਏ। ਇਸੇ ਕਰਕੇ ਜਿਹੜੇ ਮਾਰਕਸਵਾਦੀ ਨੇ ਉਹ ਕ੍ਰਾਂਤੀਕਾਰੀ ਸਾਧਨ ਅਪਣਾਉਂਦੇ ਨੇ ਤਾਂ ਕਿ ਸਮਾਜ ਵਿੱਚ ਫੈਲੇ ਹੋਏ ਵਰਗਾਂ ਨੂੰ ਖਤਮ ਕੀਤਾ ਜਾਏ। ਪੂੰਜੀਪਤੀ ਤੇ ਮਜ਼ਦੂਰ ਵਰਗ ਜਿਹੜੇ ਨੇ ਬੜਾ ਵੱਡਾ ਪਾੜਾ ਇਹਨਾਂ 'ਚ, ਆਮਦਨ ਜਿਹੜੀ ਹੈ ਸਾਵੀਂ ਵੰਡੀ ਜਾਣੀ ਚਾਹੀਦੀ ਹੈ। ਸੋ ਇਸ ਕਰਕੇ ਇਹ ਕਾਰਲ ਮਾਰਕਸ ਦਾ ਵਰਗ ਸੰਘਰਸ਼ ਹੈ। ਅਗਲਾ ਹੈਗਾ ਜੀ ਕੁਐਸਚਨ 11ਵਾਂ ਪ੍ਰਸ਼ਨ ਹੈ ਵਿਰੋਧੀ ਦਲ ਦੇ ਕੋਈ 4 ਕੰਮ ਦੱਸੋ। ਵਿਰੋਧੀ ਦਲ ਜਿਹੜਾ ਵਾ ਸਰਕਾਰ ਦੀ ਆਲੋਚਨਾ ਕਰਨਾ ਮੁੱਖ ਕੰਮ ਹੈ, ਸਰਕਾਰ 'ਤੇ ਨਜ਼ਰ ਰੱਖਣਾ ਇਹਨਾਂ ਦਾ ਕੰਮ ਹੈਗਾ। ਠੀਕ ਹੈ, ਸਰਕਾਰ ਨੂੰ ਸਹੀ ਸੇਧ ਦੇਣਾ ਵੀ ਕੰਮ ਹੈ,
ਲੋਕਾਂ ਨੂੰ ਸਿੱਖਿਆ ਦੇਣਾ, ਲੋਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਦਾਨ ਕਰਨਾ ਵੀ ਵਿਰੋਧੀ ਦਲ ਦਾ ਕੰਮ ਹੈਗਾ। ਨੈਕਸਟ ਹੈਗਾ ਪ੍ਰਸ਼ਨ ਜਿਹੜਾ 12ਵਾਂ ਪ੍ਰਸ਼ਨ ਹੈ, ਲੋਕਤੰਤਰ ਦੀਆਂ 4 ਸਮੱਸਿਆਵਾਂ ਦੱਸੋ। ਲੋਕਤੰਤਰ ਦੀ ਸਮੱਸਿਆਵਾਂ ਬਹੁਤ ਨੇ, ਗਰੀਬੀ ਹੈ, ਬੇਰੁਜ਼ਗਾਰੀ ਹੈ, ਰਾਜਨੀਤਿਕ ਸੂਝ-ਬੂਝ ਦੀ ਕਮੀ ਹੈਗੀ ਹੈ, ਭ੍ਰਿਸ਼ਟਾਚਾਰ ਹੈ। ਇਹ ਸਾਰੀਆਂ ਸਮੱਸਿਆਵਾਂ ਲੋਕਤੰਤਰ ਦੀਆਂ ਸਮੱਸਿਆਵਾਂ ਨੇ। ਅਗਲਾ ਪ੍ਰਸ਼ਨ ਹੈ, ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਇੱਥੇ ਸਰਕਾਰ ਸੀ ਵਰਡ, ਥੋੜ੍ਹਾ ਜਿਹਾ ਵਰਡ ਗਲਤ ਲਿਖਿਆ ਗਿਆ। ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ। ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਨਾਮ ਮਾਤਰ ਤੇ ਅਸਲੀ ਕਾਰਜਪਾਲਿਕਾ ਵਾ। ਕਾਰਜਪਾਲਿਕਾ ਦੇ ਸਾਰੇ ਮੈਂਬਰ ਵਿਧਾਨ ਪਾਲਿਕਾ ਵਿੱਚੋਂ ਲਏ ਜਾਂਦੇ ਨੇ। ਠੀਕ ਹੈ ਜੀ। ਪ੍ਰਧਾਨ ਮੰਤਰੀ ਦੀ ਅਗਵਾਈ ਹੁੰਦੀ ਹੈ, ਸਮੂਹਿਕ ਜ਼ਿੰਮੇਵਾਰ ਹੁੰਦੀ ਹੈ, ਵਿਅਕਤੀਗਤ ਜ਼ਿੰਮੇਵਾਰੀ ਵੀ ਹੁੰਦੀ ਹੈ। ਸੋ ਇਹ ਸਾਰੀਆਂ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਨੇ। ਇਹ 4 ਨੰਬਰ ਦੇ ਕੁਐਸਚਨ ਸੀ। ਅਗਲਾ ਕੁਐਸਚਨ ਜਿਹੜਾ ਵਾ ਸੱਸਾ ਭਾਗ 10 ਅੰਕ ਦਾ ਪ੍ਰਸ਼ਨ ਹੈ। ਇਹ ਇਸ ਵਾਰ ਨਵਾਂ ਹੀ ਆਇਆ ਤੁਹਾਡੇ ਸਿਲੇਬਸ 'ਚ ਪਿਆਰੇ ਵਿਦਿਆਰਥੀਓ। ਇਹਨੂੰ ਤੁਸੀਂ ਧਿਆਨ ਨਾਲ ਕਰਨਾ ਵਾ। ਇਹ ਕਾਫੀ ਹੈਲਪਫੁਲ ਹੈ, ਨੰਬਰ ਚੰਗੇ ਆ ਸਕਦੇ ਨੇ ਜੇਕਰ ਤੁਸੀਂ ਪੈਰੇ ਨੂੰ ਬੜੇ ਆਰਾਮ ਨਾਲ ਧਿਆਨ ਨਾਲ ਪੜ੍ਹੋਗੇ ਅਤੇ ਤੁਸੀਂ ਜਿਹੜਾ ਪ੍ਰਸ਼ਨਾਂ ਦੇ ਉੱਤਰ ਦੇ ਪਾਓਗੇ। ਮੈਂ ਫਟਾਫਟ ਪੈੜਾ ਪੜ੍ਹ ਦਿੰਦਾ ਵਾਂ, ਫਿਰ ਆਪਾਂ ਪ੍ਰਸ਼ਨ ਜਿਹੜੇ ਥੱਲੇ ਜ਼ਰੂਰ ਕਰਾਂਗੇ। ਇਹਨੂੰ ਵਿਸ਼ਾ ਵਸਤੂ ਆਧਾਰਿਤ ਪ੍ਰਸ਼ਨ ਕਿਹਾ ਜਾ ਸਕਦਾ ਵਾ। ਪੈਰਾ ਕਿਤੋਂ ਵੀ ਕੋਈ ਵੀ ਆ ਸਕਦਾ ਵਾ, ਪੋਲੀਟੀਕਲ ਸਾਇੰਸ ਨਾਲ ਰਿਲੇਟਡ ਵੀ ਹੋ ਸਕਦਾ, ਨਹੀਂ ਵੀ ਹੋ ਸਕਦਾ, ਪਰ ਤੁਸੀਂ ਉਹ ਪੈਰੇ ਨੂੰ ਪੜ੍ਹ ਕੇ ਉੱਤਰ ਦੇਣੇ ਹੁੰਦੇ ਨੇ। ਅਤੇ ਇਸ ਕਰਕੇ ਇਹ ਨਵਾਂ ਹੀ ਹੈ, ਇੰਗਲਿਸ਼ ਵਾਂਗ ਕੰਪਰੀਹੈਂਸ਼ਨ ਆਇਆ ਸਾਡੇ ਸਿਲੇਬਸ 'ਚ। ਸੋ ਆਓ ਪੜ੍ਹੀਏ ਆਪਾਂ। ਵਰਤਮਾਨ ਯੁੱਗ ਵਿੱਚ ਕੋਈ ਵੀ ਇਕੱਲਾ ਨਹੀਂ ਰਹਿ ਸਕਦਾ, ਇਸ ਲਈ ਹਰ ਰਾਜ ਨੂੰ ਦੂਜੇ ਰਾਜਾਂ ਨਾਲ ਸੰਬੰਧ ਸਥਾਪਿਤ ਕਰਨਾ ਜ਼ਰੂਰੀ ਹੈ। ਰਾਜ ਦੁਆਰਾ ਆਪਣੇ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ, ਇਹ ਜਿਹੜੀ ਚੀਜ਼ ਚੰਗੀ ਲੱਗੀ ਮੈਂ ਹਾਈਲਾਈਟ ਕਰਦਾ ਰਹਾਂਗਾ, ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ ਦੂਜੇ ਰਾਜਾਂ ਨਾਲ ਸੰਬੰਧ ਨਿਰਧਾਰਤ ਕਰਨ ਲਈ ਜਿਹੜੀ ਨੀਤੀ ਅਪਣਾਈ ਜਾਂਦੀ ਹੈ ਉਸ ਨੂੰ ਵਿਦੇਸ਼ੀ ਨੀਤੀ ਕਿਹਾ ਜਾਂਦਾ। ਇਸ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਦੁਆਰਾ ਵੀ ਵਿਦੇਸ਼ ਨੀਤੀ ਦਾ ਨਿਰਮਾਣ ਕੀਤਾ ਗਿਆ। ਭਾਰਤ ਦੀ ਵਿਦੇਸ਼ ਨੀਤੀ ਅਨੇਕਾਂ ਸਿਧਾਂਤਾਂ ਉੱਪਰ ਨਿਰਭਰ ਕਰਦੀ ਹੈ। ਭਾਰਤ ਦੀ ਵਿਦੇਸ਼ ਨੀਤੀ ਦਾ ਪਹਿਲਾ ਸਿਧਾਂਤ ਗੁੱਟ ਨਿਰਪੱਖਤਾ ਹੈ, ਜਿਸ ਦਾ ਅਰਥ ਹੈ ਪਹਿਲਾ ਸਿਧਾਂਤ ਕਿਹੜਾ ਜੀ? ਗੁੱਟ ਨਿਰਪੱਖਤਾ, ਜਿਸ ਦਾ ਅਰਥ ਹੈ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਾ ਹੋਣਾ। ਵਿਦੇਸ਼ ਨੀਤੀ ਦਾ ਦੂਸਰਾ ਸਿਧਾਂਤ ਇਹ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਨਾਲ ਸਹਿਯੋਗ ਕਰਨਾ ਚਾਹੁੰਦਾ ਵਾ। ਠੀਕ ਹੈ ਜੀ। ਭਾਰਤ ਸੰਯੁਕਤ ਰਾਸ਼ਟਰ ਨਾਲ ਸਹਿਯੋਗ ਤਾਂ ਕਰਦਾ ਆ ਵੀ ਰਿਹਾ ਵਾ ਅਤੇ ਕਰਨਾ ਅੱਗੋਂ ਵੀ ਕਰਦਾ ਰਹੇਗਾ। ਇਸ ਤੋਂ ਬਾਅਦ ਭਾਰਤ ਨਿਸ਼ਸਤਰੀਕਰਨ ਦਾ ਸਮਰਥਕ ਹੈ। ਨਿਸ਼ਸਤਰੀਕਰਨ ਦਾ ਅਰਥ ਹੈ ਹਥਿਆਰਾਂ ਦੀ ਦੌੜ ਨੂੰ ਖਤਮ ਕਰਨਾ। ਭਾਰਤ ਪੰਚਸ਼ੀਲ ਵਿੱਚ ਵਿਸ਼ਵਾਸ ਰੱਖਦਾ ਹੈ। 29 ਅਪ੍ਰੈਲ 1954 ਨੂੰ ਭਾਰਤ ਅਤੇ ਚੀਨ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਜਿਸ ਨੂੰ ਪੰਚਸ਼ੀਲ ਦਾ ਸਮਝੌਤਾ ਕਿਹਾ ਜਾਂਦਾ। ਭਾਰਤ ਗੁਆਂਢੀ ਦੇਸ਼ਾਂ ਨਾਲ ਵੀ ਚੰਗੇ ਸੰਬੰਧ ਸਥਾਪਿਤ ਕਰਨਾ ਚਾਹੁੰਦਾ ਹੈ। ਇਸੇ ਲਈ ਭਾਰਤ ਨੇ 1972 ਵਿੱਚ ਪਾਕਿਸਤਾਨ ਨਾਲ ਸ਼ਿਮਲਾ ਸਮਝੌਤਾ ਕੀਤਾ ਅਤੇ 1999 ਵਿੱਚ ਭਾਰਤ ਬੰਗਲਾਦੇਸ਼ ਨੂੰ ਮਜ਼ਬੂਤ ਬਣਾਉਣ ਲਈ ਕਲਕੱਤਾ ਤੋਂ ਢਾਕਾ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਗਈ। ਕਲਕੱਤੇ ਤੋਂ ਢਾਕੇ ਬੱਸ ਸੇਵਾ ਸ਼ੁਰੂ ਕੀਤੀ। ਭਾਰਤ ਮਨੁੱਖੀ ਅਧਿਕਾਰਾਂ ਦਾ ਵੀ ਸਤਿਕਾਰ ਕਰਦਾ। ਭਾਰਤ ਦੁਆਰਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ 29 ਸਤੰਬਰ 1993 ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੀ ਸਥਾਪਨਾ ਕੀਤੀ ਗਈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਭਾਰਤ ਦੀ ਵਿਦੇਸ਼ ਨੀਤੀ ਬਹੁਤ ਮਜ਼ਬੂਤ ਹੈ। ਹੇਠ ਦਿੱਤੇ ਪ੍ਰਸ਼ਨ ਉੱਤਰ ਉਪਰੋਕਤ ਪੈਰੇ ਦੇ ਆਧਾਰ 'ਤੇ ਦਿੱਤੇ ਹੋ। ਸੋ ਉਪਰੋਕਤ ਪੈਰੇ ਦੇ ਆਧਾਰ 'ਤੇ ਜਿਹੜੇ ਕੁਐਸਚਨ ਨੇ ਆਨਸਰ ਦੇਣੇ ਨੇ, ਬਹੁਤ ਸੌਖੇ ਨੇ। ਵਿਦੇਸ਼ ਨੀਤੀ ਤੋਂ ਕੀ ਭਾਵ ਹੈ? 2 ਅੰਕ ਦਾ ਪ੍ਰਸ਼ਨ ਹੈ। ਜੇਕਰ ਤੁਸੀਂ ਪੈਰੇ ਨੂੰ ਧਿਆਨ ਨਾਲ ਪੜ੍ਹੋ ਤਾਂ ਤੁਹਾਨੂੰ ਸ਼ੁਰੂ 'ਚ ਹੀ ਪਤਾ ਲੱਗ ਜਾਂਦਾ ਕੋਈ ਵੀ ਦੇਸ਼ ਇਕੱਲਾ ਨਹੀਂ ਰਹਿ ਸਕਦਾ, ਇਸ ਲਈ ਹਰ ਰਾਜ ਨੂੰ ਦੂਜੇ ਦੇਸ਼ਾਂ ਨਾਲ ਸੰਬੰਧ ਸਥਾਪਿਤ ਕਰਨਾ ਪੈਂਦਾ ਹੈ ਅਤੇ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ, ਇਹੋ ਆਨਸਰ ਦਾ, ਰਾਜ ਦੁਆਰਾ ਆਪਣੇ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ ਦੂਜੇ ਦੇਸ਼ਾਂ ਨਾਲ ਜਿਹੜੇ ਨਿਰਧਾਰਿਤ ਕਰਨ ਲਈ ਜਿਹੜੀ ਨੀਤੀ ਅਪਣਾਈ ਜਾਂਦੀ ਹੈ ਉਸ ਨੂੰ ਵਿਦੇਸ਼ ਨੀਤੀ ਕਿਹਾ ਜਾਂਦਾ। ਸੋ ਮੈਂ ਪਹਿਲਾਂ ਕਿਹਾ ਸੀਗਾ ਪੈਰੇ ਵਿੱਚੋਂ ਆਨਸਰ ਹੈਗੇ ਨੇ। ਸੋ ਬਹੁਤ ਵਧੀਆ ਉੱਤਰ ਸੀਗਾ। ਦੂਜਾ ਪ੍ਰਸ਼ਨ ਹੈਗਾ ਵਿਦੇਸ਼ ਨੀਤੀ ਦੇ ਕੋਈ 2 ਸਿਧਾਂਤ ਦੱਸੋ। 2 ਸਿਧਾਂਤ ਕੀ ਨੇ? ਸਭ ਤੋਂ ਪਹਿਲਾ ਸਿਧਾਂਤ ਇਹੋ ਹੀ ਹੈ ਸਾਡੀ ਦੀ ਰਾਸ਼ਟਰੀ ਹਿੱਤ ਨੂੰ ਪਹਿਲ ਰੱਖਣਾ। ਦੂਜਾ ਦੇਖੋ ਜੀ, ਪਹਿਲਾ ਸਿਧਾਂਤ ਕੀ ਹੈ? ਗੁੱਟ ਨਿਰਪੱਖ ਦਾ। ਦੂਜਾ ਸਿਧਾਂਤ ਕੀ ਹੈ ਦੱਸਿਆ? ਸੰਯੁਕਤ ਰਾਸ਼ਟਰ ਨਾਲ ਸਹਿਯੋਗ ਦੱਸਿਆ। ਫਿਰ ਭਾਰਤ ਨਿਸ਼ਸਤਰੀਕਰਨ ਸਹਿਯੋਗ ਦੱਸਿਆ ਵਾ। ਠੀਕ ਹੈ। ਸੋ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧ ਨੇ। ਇਹ ਕਿੰਨੇ ਹੀ ਆਪਣੇ ਸਿਧਾਂਤ ਨੇ, 2-3 ਤੁਹਾਨੂੰ ਦੱਸ ਦਿੱਤੇ ਨੇ। ਨੈਕਸਟ ਹੈਗਾ ਤੀਜਾ ਪ੍ਰਸ਼ਨ, ਕਲਕੱਤਾ ਤੋਂ ਢਾਕਾ ਬੱਸ ਸੇਵਾ ਡੈਸ਼ ਵਿੱਚ ਸ਼ੁਰੂ ਕੀਤੀ ਗਈ। ਕਦੋਂ ਸ਼ੁਰੂ ਕੀਤੀ ਗਈ? 1900 ਇਹ ਦੇਖੋ ਜੀ, ਕਲਕੱਤਾ ਤੋਂ ਢਾਕਾ ਤੱਕ ਬੱਸ ਜਿਹੜੀ ਹੈ 1999 ਵਿੱਚ ਸ਼ੁਰੂ ਕੀਤੀ ਗਈ। ਦੇਖੋ ਕਲਕੱਤਾ 1999 ਈਸਵੀ ਵਿੱਚ ਬੰਗਲਾਦੇਸ਼ ਸੰਬੰਧ ਨੂੰ ਵਧਾਉਣ ਲਈ ਕਲਕੱਤਾ ਤੋਂ
ਢਾਕਾ ਬੱਸ ਸੇਵਾ ਸ਼ੁਰੂ ਕੀਤੀ ਗਈ। ਸੋ ਇਹਦਾ ਆਨਸਰ ਜਿਹੜਾ 1999 ਇੱਥੇ ਲਿਖ ਦੇਣਾ। ਸੋ ਉਸ ਤੋਂ ਬਾਅਦ ਕੁਐਸਚਨ ਬਹੁਤ ਇੰਪੋਰਟੈਂਟ ਹੈ ਅਤੇ ਬਹੁਤ ਨੰਬਰਾਂ ਵਾਲਾ ਵੀ ਹੈ। ਮਿਲਾਨ ਕਰੋ, ਮੈਚਿੰਗ ਕਰਨਾ ਵਾ। ਪੰਜਸ਼ੀਲ ਸਮਝੌਤੇ ਨੂੰ, ਨਿਸ਼ਸਤਰੀਕਰਨ ਨੂੰ, ਸ਼ਿਮਲਾ ਸਮਝੌਤੇ ਨੂੰ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਨੂੰ। ਸੋ ਤੁਹਾਨੂੰ ਪਤਾ ਕਿਹਦੇ ਨਾਲ ਮੈਚਿੰਗ ਹੋਣਾ। ਪੰਜਸ਼ੀਲ ਸਮਝੌਤਾ ਜਿਹੜਾ ਵਾ 29 ਅਪ੍ਰੈਲ 1954 'ਚ ਹੋਇਆ ਸੀ। ਨਿਸ਼ਸਤਰੀਕਰਨ ਜਿਹੜਾ ਵਾ ਹਥਿਆਰਾਂ ਦੀ ਦੌੜ ਖਤਮ ਕਰਨ ਨੂੰ ਨਿਸ਼ਸਤਰੀਕਰਨ ਕਹਿੰਦੇ ਆ। ਸ਼ਿਮਲਾ ਸਮਝੌਤਾ ਜਿਹੜਾ ਵਾ 1972 'ਚ ਹੋਇਆ ਸੀ। ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਜਿਹੜਾ ਵਾ 29 ਸਤੰਬਰ 1993 ਨੂੰ ਬਣਾਇਆ ਗਿਆ ਸੀਗਾ। ਸੋ ਇਸ ਤਰ੍ਹਾਂ ਇਹਨਾਂ ਪ੍ਰਸ਼ਨਾਂ ਦੀ ਮੈਚਿੰਗ ਜਿਹੜੀ ਹੈ ਤੁਸੀਂ ਕਰ ਸਕਦੇ ਹੋ। ਪੇਪਰ ਵਿੱਚ ਵੀ ਅਜਿਹੇ ਕੁਐਸਚਨ ਆਉਣਗੇ ਕਿ ਤੁਸੀਂ ਆਰਾਮ ਨਾਲ ਮੈਚਿੰਗ ਕਰ ਪਾਓਗੇ। ਲਾਸਟ ਭਾਗ ਆ ਗਿਆ ਜੀ ਵੱਡਾ ਭਾਗ ਹਾਹਾ, ਜਿਹੜਾ 5ਵਾਂ ਭਾਗ ਹੈ। 6 ਨੰਬਰ ਦੇ 2 ਪ੍ਰਸ਼ਨ ਕਰਨੇ ਨੇ ਇਹਦੇ ਵਿੱਚ। ਹਰੇਕ ਆਪਸ਼ਨ ਦਾ ਅੰਦਰੂਨੀ ਵਿਕਲਪ ਹੈਗਾ। ਪਹਿਲਾ ਜਿਵੇਂ 15ਵਾਂ ਕੁਐਸਚਨ ਹੈਗਾ, ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ ਜਾਂ ਨੌਕਰਸ਼ਾਹੀ ਦੇ ਕੰਮ ਲਿਖੋ। ਦੋਵਾਂ ਵਿੱਚੋਂ ਕੋਈ ਇੱਕ ਹੀ ਕਰਨਾ ਹੈ ਜਾਂ ਲਿਖਿਆ ਵਿੱਚ ਧਿਆਨ ਨਾਲ ਦੇਖੋ। ਸੋ ਇਹਨਾਂ ਦੋਵਾਂ ਵੱਡੇ ਪ੍ਰਸ਼ਨਾਂ 'ਚੋਂ ਕੋਈ ਇੱਕ ਪ੍ਰਸ਼ਨ ਕਰਨਾ ਵਾ। 150 ਤੋਂ 160 ਸ਼ਬਦਾਂ ਦੇ ਵਿੱਚ ਹੀ ਆਨਸਰ ਦੇਣਾ ਵਾ। ਭਾਵ 1 ਤੋਂ 1.5 ਪੇਜ, 1.5 ਪੇਜ ਤੋਂ 2 ਪੇਜ ਨਾ ਹੋਣ। ਕੋਸ਼ਿਸ਼ ਕਰੋ 160 ਸ਼ਬਦਾਂ ਤੱਕ ਹੀ ਰਹੇ। ਕੋਈ 2-4 ਸ਼ਬਦ ਵੱਧ ਘੱਟ ਜਾਣ 'ਤੇ ਫਰਕ ਨਹੀਂ ਪੈਂਦਾ। ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਆਉਂਦੀਆਂ ਨੇ। ਮਨੁੱਖੀ ਸੰਬੰਧ ਨੇ, ਅੰਤਰ ਨਿਰਭਰਤਾ ਹੈ, ਸਰਵ ਵਿਆਪਕਤਾ ਵਾ ਰਾਜਨੀਤਿਕ ਪ੍ਰਣਾਲੀ ਦੀ। ਠੀਕ ਹੈ ਜੀ। ਸੋ ਇਹ ਵਿਸ਼ੇਸ਼ਤਾ ਤੁਹਾਨੂੰ ਬੁੱਕ ਤੋਂ ਪੜ੍ਹ ਲੈਣੇ ਚਾਹੀਦੇ ਨੇ। ਨੌਕਰਸ਼ਾਹੀ ਦੇ ਕੰਮਾਂ 'ਚ ਕੀ ਆ ਜਾਂਦਾ ਵਾ? ਨੌਕਰਸ਼ਾਹੀ ਦੇ ਕੰਮ ਕੀ ਹੈ? ਸਰਕਾਰ ਨੂੰ ਸਲਾਹ ਦੇਣਾ ਵਾ, ਨੀਤੀਆਂ ਨਿਰਮਾਣ 'ਚ ਸਹਾਇਤਾ ਕਰਨੀ ਹੈ ਅਤੇ ਜਨਤਾ ਅਤੇ ਸਰਕਾਰ ਦੇ ਵਿਚਕਾਰ ਕੜੀ ਦਾ ਕੰਮ ਕਰਨਾ ਵਾ, ਨਿਪੁੰਨ ਸਲਾਹ ਦੇਣੀ ਹੈ। ਅਤੇ ਇਹ ਸਾਰੇ ਨੌਕਰਸ਼ਾਹੀ ਦੇ ਕੰਮ ਨੇ। ਬੁੱਕ ਤੋਂ ਤੁਹਾਨੂੰ ਇਹ ਪੜ੍ਹ ਲੈਣਾ ਚਾਹੀਦਾ ਕਿਉਂਕਿ ਲੌਂਗ ਆਨਸਰ ਹੈ, ਇਹਨੂੰ ਏਡੀ ਜਲਦੀ ਦੱਸਿਆ ਵੀ ਨਹੀਂ ਜਾ ਸਕਦਾ। 15ਵਾਂ ਜਿਹੜਾ 16ਵਾਂ ਪ੍ਰਸ਼ਨ ਹੈਗਾ, 16ਵੇਂ ਪ੍ਰਸ਼ਨ 'ਚ ਹੈਗਾ ਜਿਹੜਾ 16ਵਾਂ ਪ੍ਰਸ਼ਨ ਹੈ, ਭਾਰਤ ਵਿੱਚ ਦਲ ਪ੍ਰਣਾਲੀ ਦੀਆਂ ਸਮੱਸਿਆਵਾਂ। ਭਾਰਤ ਵਿੱਚ ਦਲ ਪ੍ਰਣਾਲੀ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਨੇ। ਪਹਿਲੀ ਸਮੱਸਿਆ ਤਾਂ ਇਹ ਹੈ ਵੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਦਾ ਅੰਦਰੂਨੀ ਗੁੱਟਬੰਦੀ ਹੈਗੀ ਹੈ। ਫਿਰ ਇਹਨਾਂ 'ਚ ਲੋਕਤੰਤਰ ਦੀ ਕਮੀ ਹੈਗੀ ਹੈ ਪੋਲੀਟੀਕਲ ਪਾਰਟੀਆਂ ਦੇ ਵਿੱਚ। ਫਿਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਧਰਮ ਦੇ ਆਧਾਰ 'ਤੇ ਬਣਦੀਆਂ ਵਾ, ਜਾਤ ਪਾਤ ਦੇ ਆਧਾਰ 'ਤੇ ਬਣਨਾ ਵਾ, ਜਿਹੜਾ ਕਿ ਇੱਕ ਲੋਕਤੰਤਰ ਵਾਸਤੇ ਚੰਗੀ ਚੀਜ਼ ਨਹੀਂ ਹੈ। ਸੋ ਕਿੰਨੀਆਂ ਸਮੱਸਿਆਵਾਂ ਨੇ, ਤੁਸੀਂ ਕੁਛ ਬੁੱਕ ਤੋਂ ਵੀ ਰੀਡਿੰਗ ਕਰ ਸਕਦੇ ਹੋ। ਚੋਣ ਪ੍ਰਕਿਰਿਆ ਦੇ ਵੱਖ-ਵੱਖ ਪੜਾਅ ਨੇ। ਮੇਰੀ ਪਿੱਛੇ ਜੀ ਇੱਕ ਹੁਣੇ ਜੀ ਵੀਡੀਓ ਆਈ ਹੈ ਚੋਣ ਪ੍ਰਕਿਰਿਆ ਦੇ ਪੜਾਅ ਜਿਹੜੇ ਨੇ ਇਹਨੇ ਵੱਖ-ਵੱਖ ਜਿਹੜਾ ਫਲੋ ਚਾਰਟ ਮੈਂ ਦੱਸਿਆ ਹੋਇਆ। ਉਹਦੇ 'ਚ ਸਭ ਤੋਂ ਪਹਿਲੇ ਹੱਦਬੰਦੀ ਕੀਤੀ ਜਾਂਦੀ ਹੈ ਇਲਾਕਿਆਂ ਦੀ। ਫਿਰ ਵੋਟਰਾਂ ਦੀ ਸੁਧਾਈ ਹੁੰਦੀ ਹੈ, ਵੋਟਾਂ ਬਣਾਈਆਂ ਜਾਂਦੀਆਂ ਨੇ। ਫਿਰ ਚੋਣ ਮਿਤੀ ਦਾ ਐਲਾਨ ਹੁੰਦਾ, ਫਿਰ ਪ੍ਰਚਾਰ ਹੁੰਦਾ, ਫਿਰ ਵੋਟਿੰਗ ਹੁੰਦੀ ਹੈ, ਫਿਰ ਨਤੀਜਾ ਐਲਾਨ ਹੁੰਦਾ ਵਾ। ਸੋ ਇਹ ਸਾਰੀ ਪ੍ਰਕਿਰਿਆ ਵਾ, ਵੋਟਿੰਗ ਪ੍ਰਕਿਰਿਆ ਵਾ। ਇਹਦੇ ਘੱਟੋ ਘੱਟ 10 ਤੁਹਾਨੂੰ ਜਿਹੜੇ ਨੇ ਦੱਸਣੇ ਚਾਹੀਦੇ ਨੇ, ਸਟੇਜਿਸ ਦੱਸਣੀਆਂ ਚਾਹੀਦੀਆਂ ਨੇ ਪੇਪਰ ਦੇ ਵਿੱਚ। ਸੋ ਇਹੋ ਪੇਪਰ ਸੀਗਾ। ਸੋ ਬਹੁਤ ਬਹੁਤ ਧੰਨਵਾਦ ਪਿਆਰੇ ਵਿਦਿਆਰਥੀਓ ਇੰਨਾ ਸੁਣਨ ਲਈ। ਇਹ ਦੁਬਾਰਾ 2-3 ਵਾਰ ਵੀਡੀਓ ਰਿਪੀਟ ਕਰਕੇ ਦੇਖਿਓ ਤਾਂ ਕਿ ਤੁਹਾਨੂੰ ਅੱਛੀ ਢੰਗ ਨਾਲ ਸਮਝ ਲੱਗ ਜੇ। ਬਹੁਤ ਜ਼ਿਆਦਾ ਕਈ ਵਾਰ ਕੁਐਸਚਨ ਜਿਹੜਾ ਇਹਨਾਂ ਵਿੱਚੋਂ ਹੀ ਆ ਸਕਦਾ। ਬਹੁਤ ਅੱਛੇ ਕੁਐਸਚਨ ਜੀ ਲਿਖੇ ਹੋਏ ਨੇ। ਸੋ ਬਹੁਤ ਬਹੁਤ ਧੰਨਵਾਦ ਪਿਆਰੇ ਵਿਦਿਆਰਥੀਓ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਇਹ ਵੀਡੀਓ ਦੁਬਾਰਾ ਦੇਖ ਸਕਦੇ ਹੋ, ਰਿਪੀਟ ਕਰ ਸਕਦੇ ਹੋ ਅਤੇ ਮੇਰੇ ਚੈਨਲ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਕਰ ਸਕਦੇ ਹੋ। ਅਤੇ ਜ਼ਰੂਰ ਕਰੋ। ਜੇਕਰ ਸਬਸਕ੍ਰਾਈਬ ਨਹੀਂ ਕਰਾਇਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ। ਥੈਂਕ ਯੂ।